जय जिनेंद्र, मैं विनीता स्वागत करती हूँ धार्मिक समाचारों में। आइए नजर डालते हैं आज के समाचारों पर। अंतर्राष्ट्रीय नशा विरोधी दिवस 26 जून के अवसर पर लुधियाना के डिप्टी कमिश्नर वरिंदर शर्मा ने लोगों को नशे के विरुद्ध अपील की। आइए सुनते हैं उनका क्या कहना है। ਅੱਜ 26 ਜੂਨ 2021 ਨੂੰ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ਼ ਐਂਡ ਟ੍ਰੈਫਿਕਿੰਗ ਤੇ ਲੁਧਿਆਣਾ 'ਚ ਬਹੁਤ ਸਾਰੇ ਸਮਾਗਮ ਹੈ ਜਿਹੜੇ ਉਹ ਕੀਤੇ ਗਏ ਨੇ। ਨਸ਼ਾ ਵਿਰੋਧੀ ਮੁਹਿੰਮ ਨੂੰ ਤੇਜ਼ ਕਰਨ ਦੇ ਲਈ ਐਡਵੋਕੇਟ ਹਰਪ੍ਰੀਤ ਸੰਧੂ ਜੀ ਵੱਲੋਂ ਵੀ ਇਹਦਾ ਹੁੱਕਾ ਦਿੰਦੇ ਇੱਕ ਬਹੁਤ ਸੁੰਦਰ ਅੱਜ ਪੋਸਟਰ ਰਿਲੀਜ਼ ਕਰਾਇਆ ਗਿਆ। ਸੰਧੂ ਸਾਹਿਬ ਹਮੇਸ਼ਾ ਹੀ ਕਿਸੇ ਨਾ ਕਿਸੇ ਸਮਾਜਿਕ ਮੁੱਦੇ ਨੂੰ ਲੈ ਕੇ ਐਕਟਿਵ ਰਹਿੰਦੇ ਨੇ। ਮੈਂ ਇਸ ਕੰਮ ਦੇ ਲਈ ਉਹਨਾਂ ਦੀ ਟੀਮ ਨੂੰ ਤੇ ਉਹਨਾਂ ਨੂੰ ਵਧਾਈ ਦਿੰਦਾ और सारे लुधियाना निवासियों में इस गल की अपील करता है कि आप भी ये अहद लोग नशे करने और ये भी अहद लिया जाए कि जोड़े थोड़े नेड़े तेड़े ने उन्होंने नशे के कोड़ तो बचा के रखना। और जो इदा की कोई सूचना हैगी है तो पुलिस तंत्र में देनी है। पंजाब सरकार और पंजाब सरकार के तहत काम करते सारे महकमे इस गल तत्पर ने कि इस जी कुप्रथा है इनू नत्थ पाई जाए। आपका ब्यूरो रिपोर्ट। 2022 के चुनावों को देखते हुए आम आदमी पार्टी द्वारा लुधियाना में एक प्रेस कॉन्फ्रेंस का आयोजन किया गया, जिसमें पार्टी ने कांग्रेस पर आरोप लगाते हुए कहा कि कांग्रेस पंजाब को बर्बाद करने में तुली हुई है। कांग्रेस ने पंजाब को कर्ज में डुबोकर रख दिया है और कहा कि अगर पंजाब को बर्बादी से बचाना है तो आम आदमी पार्टी को भारी बहुमत से जिताया जाए। इस अवसर पर रोहित वर्मा व विशाल अवस्थी दोनों ने संयुक्त रूप से कहा कि पंजाब को पुनः पटरी पर लाने के लिए राष्ट्रीय अध्यक्ष अरविंद केजरीवाल दिल्ली मॉडल विकास के मुद्दे पर चुनाव लड़ेगी। इस मौके आम आदमी पार्टी का और क्या कुछ कहना रहा, आप भी सुनिए। फाइट टू सपोर्ट आम आदमी पार्टी। पंजाब ਦੇ ਵਿੱਚ ਅਸੀਂ आम आदमी पार्टी ਨੂੰ ਕਿਉਂ ਲੈ ਕੇ ਆਏ? ਸਭ ਤੋਂ ਪਹਿਲਾਂ ਸਾਡੇ ਪ੍ਰਧਾਨ ਸਾਹਿਬ ਨੇ ਦੇਸ਼ ਗੋਇਲ ਜੀ ਨੇ ਗੱਲ ਕੀਤੀ ਕਰਪਸ਼ਨ ਦੀ। ਦੇਖੋ ਅੱਜ ਦਾ ਜਿਹੜਾ ਯੂਥ ਹੈ ਜਾਂ ਜਿਹੜੀ ਨਵੀਂ ਪੀੜ੍ਹੀ ਹੈ ਉਹ ਬਦਲਾਵ ਚਾਹੁੰਦੀ ਹੈ ਔਰ ਜਨਤਾ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਪੂਰੀ ਅੱਗ ਹੈ ਕਿ ਹੁਣ ਅਸੀਂ ਬਦਲਾਵ ਕਰੀਏ। ਕਿਉਂਕਿ ਆਪਣੀ ਪਿਛਲੀਆਂ ਸਰਕਾਰਾਂ ਦੇਖੀਏ, ਅਸੀਂ 74 ਸਾਲ ਹੋ ਗਏ ਸਾਨੂੰ ਆਜ਼ਾਦ ਹੋਏ ਨੂੰ, ਅਸੀਂ ਅੱਜ ਵੀ ਕਿੱਥੇ ਖੜੇ ਹਾਂ ਜੀ? ਸੜਕਾਂ ਬਣ ਰਹੀਆਂ ਜੀ, ਲਾਈਟਾਂ ਲੱਗ ਰਹੀਆਂ ਜੀ, ਕਿ ਸਾਨੂੰ ਬਾਕੀ ਹੋਰ ਕੁਝ ਨਹੀਂ ਚਾਹੀਦਾ। ਗੱਲ ਕਰੀਏ ਅਸੀਂ ਇਨਫਰਾਸਟ੍ਰਕਚਰ ਦੀ, ਗੱਲ ਕਰੀਏ ਅਸੀਂ ਸਿਹਤ ਦੀ, ਗੱਲ ਕਰੀਏ ਅਸੀਂ ਐਜੂਕੇਸ਼ਨ ਦੀ, ਬਾਕੀ ਸਾਰੀਆਂ ਸੁਵਿਧਾਵਾਂ ਕਿੱਥੇ ਆ? ਕਿੱਥੇ ਗਈਆਂ ਨੌਕਰੀਆਂ? ਦੋਨੋਂ ਹੱਥਾਂ ਦੇ ਨਾਲ ਜਿਹੜੀਆਂ ਸਰਕਾਰਾਂ ਨੇ, ਇਹ ਦੋਨੋਂ ਹੱਥਾਂ ਦੇ ਨਾਲ ਜਿਹੜਾ ਇਹਨਾਂ ਨੇ ਲੁੱਟਿਆ ਨਾ ਸਾਨੂੰ, ਔਰ ਇਸ ਚੀਜ਼ ਦਾ ਜਵਾਬ 2022 ਦੇ ਵਿੱਚ ਸਾਡੀ ਪੰਜਾਬ ਦੀ ਜਨਤਾ ਇੱਕ ਉਂਗਲੀ ਦੇ ਨਾਲ ਦੇਗੀ। ਔਰ ਇਹ ਸੱਚ ਹੈ, ਦੋਨੋਂ ਹੱਥਾਂ ਦੇ ਨਾਲ ਲੁੱਟਿਆ। ਭ੍ਰਿਸ਼ਟਾਚਾਰ ਦੇ ਵਿੱਚ ਸਾਡਾ ਪੰਜਾਬ ਪਹਿਲੇ ਨੰਬਰ ਤੇ ਜਾ ਰਿਹਾ। ਕੋਈ ਵੀ ਡਿਪਾਰਟਮੈਂਟ ਐਸਾ ਲੈ ਲਓ, ਤੁਸੀਂ ਹੈਲਥ ਦੇ ਆਪਣੇ ਘਰਾਂ ਦੀ ਗੱਲ ਕਰੋ, ਚਾਹੇ ਮੈਂ ਇੱਥੇ ਬੈਠਾ, ਚਾਹੇ ਮੀਡੀਆ ਵਾਲੇ ਜਿਹੜੇ ਮੇਰੇ ਸਾਹਮਣੇ ਬੈਠੇ ਆ, ਆਪਾਂ ਨੂੰ ਸੱਚ ਦੱਸੋ, ਆਪਣੇ ਦਿਲੋਂ ਸੋਚੋ ਕਿ ਸਾਨੂੰ ਪਤਾ ਨਹੀਂ ਕਿ ਕੀ ਹੁੰਦਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ। ਕਰੋਨਾ ਦੇ ਟਾਈਮ ਕੀ ਹੋਇਆ ਸਾਡੇ ਨਾਲ? 50,000 ਰੁਪਈਆ ਆਪਣਾ ਕਰੋਨਾ ਦੇ ਟਾਈਮ ਇੱਕ ਪ੍ਰਾਈਵੇਟ ਹਸਪੀਟਲ ਨੇ ਲਿੱਤਾ ਸਾਡੇ ਕੋਲੋਂ। ਉਹਦੇ ਵਿੱਚ ਦੌਰਾਨ ਵੀ ਸਾਡੀ ਪੰਜਾਬ ਸਰਕਾਰ ਨੇ ਵੈਕਸੀਨ ਘੁਟਾਲਾ ਕੱਢ ਦਿੱਤਾ, ਫਿਰ ਉਹਦੇ ਵਿੱਚ ਸਕਾਲਰਸ਼ਿਪ ਘੁਟਾਲਾ ਕੱਢ ਦਿੱਤਾ। ਅਸੀਂ ਬੇਵਕੂਫ ਹਾਂ? ਅਸੀਂ ਐਮਐਲਏ ਐਮਪੀ ਕਾਹਦੇ ਲਈ ਬਣਾਉਂਦੇ ਹਾਂ? ਅਸੀਂ ਆਪਣੀ ਸੇਵਾ ਲਈ ਉਹਨਾਂ ਨੂੰ ਚੁਣਦੇ ਹਾਂ। ਔਰ ਅੱਜ ਦਾ ਯੂਥ, ਅੱਜ ਦੀ ਜਨਤਾ ਬਹੁਤ ਤੇਜ਼ ਹੈ, ਅਵੇਅਰ ਹੋ ਚੁੱਕੀ ਹੈ। ਪਹਿਲੇ ਅੱਜ ਤੋਂ ਪਹਿਲਾਂ ਕਦੀ ਇੱਦਾਂ ਦੀਆਂ ਗੱਲਾਂ ਨਹੀਂ ਹੁੰਦੀਆਂ ਸੀ ਰਾਜਨੀਤਿਕ ਲੈਵਲ ਤੇ, ਪਰ ਅੱਜ ਦਾ ਜਿਹੜਾ ਯੂਥ ਹੈ ਉਹ ਸਮਝ ਚੁੱਕਾ ਹੈ ਕਿ ਹੁਣ ਸਾਨੂੰ ਬਦਲਾਵ ਦੀ ਜ਼ਰੂਰਤ ਹੈ। ਇੱਥੇ ਦੇਖੋ ਸਾਡੀ ਸਰਕਾਰ ਆਉਂਦੀ ਹੈ, ਮੁੱਦਾ ਇਹੀ ਹੈ ਕਿ ਇੱਥੇ ਹੈਲਥ ਨੂੰ ਨੰਬਰ 1 ਤੇ ਲੈ ਕੇ ਜਾਇਆ ਜਾਏਗਾ, ਐਜੂਕੇਸ਼ਨ ਨੂੰ ਨੰਬਰ 1 ਤੇ ਲੈ ਕੇ ਜਾਵਾਂਗੇ। ਕੋਈ ਵੀ ਬੰਦਾ, ਕੋਈ ਵੀ ਗਰੀਬ ਬਿਨਾਂ ਇਲਾਜ ਤੋਂ ਨਹੀਂ ਮਰੂਗਾ। ਇੱਥੇ ਕੀ ਹੈ, ਆਪਾਂ ਰਾਜਨੀਤੀ ਦੇ ਵਿੱਚ ਧੱਕਾ ਮੁੱਕੀ, ਬਦਮਾਸ਼ੀ, ਗੈਂਗਸਟਰ ਅਸੀਂ ਆਪ ਬਣਾਉਂਦੇ ਹਾਂ ਤਾਂ ਕਿ ਕੋਈ ਆਮ ਬੰਦਾ ਖੜਾ ਹੋ ਕੇ ਰਾਜਨੀਤੀ 'ਚ ਨਾ ਆਵੇ। ਔਰ ਜਦ ਤੱਕ ਰਾਜਨੀਤੀ ਦੇ ਵਿੱਚ ਸਮਝਦਾਰ ਲੋਕ ਨਹੀਂ ਆਣਗੇ, ਦੇਸ਼ ਦੀ ਸੇਵਾ ਕਰਨ ਵਾਲੇ ਲੋਕ ਨਹੀਂ ਆਣਗੇ, ਤਦ ਤੱਕ ਸਾਡੇ ਤੇ ਮੂਰਖ ਰਾਜ ਕਰਨਗੇ। ਕਦੀ ਅਸੀਂ ਸੋਚਿਆ ਸਾਡਾ ਜੋ ਕੋਈ ਮਿਨਿਸਟਰ ਹੈ, ਸਾਡਾ ਕੋਈ ਫੂਡ ਮਿਨਿਸਟਰ ਹੈ, ਸਾਡਾ ਕੋਈ ਇੰਡਸਟਰੀ ਮਿਨਿਸਟਰ ਹੈ ਜਾਂ ਹੋਰ ਕੋਈ ਸਾਡਾ ਹੈਲਥ ਮਿਨਿਸਟਰ ਹੈ, ਕਦੀ ਸੋਚਿਆ ਸੀ ਉਹਦੀ ਕੁਆਲੀਫਿਕੇਸ਼ਨ ਕੀ ਹੈ, ਉਹਨੂੰ ਆਪਣੇ ਡਿਪਾਰਟਮੈਂਟ ਬਾਰੇ ਕੀ ਨੌਲੇਜ ਹੈ, ਉਹਨੇ ਉਸ ਸੈਕਟਰ ਦੇ ਵਿੱਚ ਕੀ ਸੇਵਾ ਦਿੱਤੀ ਹੈ? ਅਸੀਂ ਕਦੀ ਨਹੀਂ ਸੋਚਦੇ। ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਲਿਖਾਉਂਦੇ ਹਾਂ, ਅਸੀਂ ਆਪਣੇ ਬੱਚਿਆਂ ਨੂੰ ਬੀਟੈਕ ਕਰਾਉਂਦੇ ਹਾਂ, ਐਮਕੌਮ ਕਰਾਉਂਦੇ ਹਾਂ, MBBS ਕਰਾਉਂਦੇ ਹਾਂ। ਕਿਉਂ ਕਰਾਉਂਦੇ ਹਾਂ? ਕਿ ਮੂਰਖਾਂ ਨੂੰ ਵੋਟ ਪਾਓ, ਅਨਪੜ੍ਹਾਂ ਨੂੰ ਵੋਟ ਪਾਓ। ਇਸ ਚੀਜ਼ ਲਈ ਹੁਣ ਸਾਨੂੰ ਸਾਰਿਆਂ ਨੂੰ ਅਵੇਅਰ ਹੋਣਾ ਪਊਗਾ। ਇਕੱਲਾ ਮੈਂ ਨਹੀਂ, ਮੈਂ ਤਾਂ ਸਭ ਨੂੰ ਕਹਿੰਦਾ ਕਿ ਮੀਡੀਆ ਨੂੰ ਇੱਥੇ ਬੁਲਾਉਣ ਦਾ ਕਾਰਨ ਇਹ ਸੀ ਕਿ ਮੀਡੀਆ ਵਾਲੇ ਹੁਣ ਸਾਥ ਦਿਓ, ਸਾਨੂੰ ਪੰਜਾਬ ਨੂੰ ਬਦਲਣਾ ਮਿਲ ਕੇ। ਔਰ ਬਹੁਤ ਸਾਰੇ ਐਸੇ ਮੇਰੇ ਵਰਗੇ ਬਹੁਤ ਮੇਰੇ ਭਰਾ ਹੈ ਜਿਹੜੇ ਇਸ ਚੀਜ਼ ਨੂੰ ਲੈ ਕੇ ਬਹੁਤ ਅਵੇਅਰ ਹੈ, ਉਹ ਚਾਹੁੰਦੇ ਪੰਜਾਬ ਬਦਲੇ। कैमरामैन विकास के साथ राजेश मेहरा की रिपोर्ट।
पुलिस कमिश्नर लुधियाना और आस एहसास एनजीओ ने आज विजेताओं को इनाम और सर्टिफिकेट बांटे। लुधियाना के पुलिस कमिश्नर अग्रवाल ने बताया कि हमने ड्रग्स के खिलाफ एक मुहिम छेड़ी हुई है, जिसमें हमें लुधियाना वासियों का बहुत अच्छा रिस्पांस मिला। हमें उम्मीद है आस एहसास एनजीओ की तरह लुधियाना की और भी एनजीओ इसी तरह हमारे साथ मिलकर काम करेंगे। वहीं इस मौके आस एहसास की प्रेसिडेंट रुचि कौर बावा ने बताया कि वह सोसाइटी के भले के लिए इस तरह के और भी एक्टिविटी करती रहती है और उन्होंने क्या कुछ कहा, आइए आपको भी सुना देते हैं। इंटरनेशनल ड्रग्स डे ਦੇ ਉੱਪਰ ਅਸੀਂ ਸਕੂਲ ਦੇ ਬੱਚਿਆਂ ਦੇ ਕੰਪੀਟੀਸ਼ਨ ਕਰਾਏ ਸੀ, ਜਿਹਦੇ 'ਚ ਕਿ ਅਸੀਂ ਪੇਂਟਿੰਗ ਦਾ ਕੰਪੀਟੀਸ਼ਨ, ਐਸੇ ਰਾਈਟਿੰਗ, ਸਲੋਗਨ ਰਾਈਟਿੰਗਸ, ਉਸ ਤਰੀਕੇ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਕਰਾਏ ਸੀ, ਜੋ ਕਿ ਸ਼ਹਿਰ ਦੀ NGO ਆਸ ਐਹਸਾਸ ਇਹਨਾਂ ਦੀ ਟੀਮ ਉਹਨਾਂ ਨੇ ਮਿਲ ਕੇ ਕਰਾਏ ਸੀ। ਤੇ ਉਹ ਬੱਚਿਆਂ ਨੂੰ ਅੱਜ ਅਸੀਂ ਸਨਮਾਨਿਤ ਕੀਤਾ ਹੈ, ਜਿਹੜੇ ਫਸਟ, ਸੈਕਿੰਡ, ਥਰਡ ਆਏ ਹਨ ਤੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਸੀ। ਕੰਸੋਲੇਸ਼ਨ ਪ੍ਰਾਈਜ਼ ਵਗੈਰਾ ਬੱਚਿਆਂ ਨੂੰ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਦਿੱਤੇ, ਕਿਉਂਕਿ ਬੱਚੇ ਇੱਕ ਬਹੁਤ ਅਹਿਮ ਰੋਲ ਅਦਾ ਕਰ ਸਕਦੇ ਹਨ ਸਮਾਜ ਦੇ ਵਿੱਚ ਜਾਗਰਤੀ ਪੈਦਾ ਕਰਨ ਲਈ। ਇਸ ਕਰਕੇ ਉਪਰਾਲਾ ਕੀਤਾ ਗਿਆ ਸੀ ਕਿ ਸਕੂਲਾਂ ਤੱਕ ਅਸੀਂ ਵਿਰਚੁਅਲ ਮੋਡ ਰਾਹੀਂ ਆਨਲਾਈਨ ਉਹਨਾਂ ਨੂੰ ਇਹ ਕੰਪੀਟੀਸ਼ਨ ਕਰਾ ਕੇ ਮੈਸੇਜ ਦਿੱਤਾ ਸੀ ਕਿ ਤੁਸੀਂ ਆਪਣੀਆਂ ਐਂਟਰੀਜ਼ ਵਗੈਰਾ ਭੇਜੋ। ਫਿਰ ਉਹਨਾਂ ਨੂੰ ਸਾਡੀ ਟੀਮ ਨੇ ਇਵੈਲੂਏਟ ਕੀਤਾ ਸੀ, ਫਸਟ, ਸੈਕਿੰਡ, ਥਰਡ ਇਨਾਮ ਵਗੈਰਾ, ਕੰਸੋਲੇਸ਼ਨ ਪ੍ਰਾਈਜ਼ਸ ਉਹਨਾਂ ਨੂੰ ਵਿਦ ਕੈਸ਼ ਪ੍ਰਾਈਜ਼ ਐਂਡ ਸਰਟੀਫਿਕੇਟਸ ਅੱਜ ਦਿੱਤੇ ਗਏ ਹਨ ਤਾਂ ਕਿ ਉਹਨਾਂ ਦੀ ਹੌਸਲਾ ਅਫਜ਼ਾਈ ਹੋਵੇ। ਸਤਿ ਸ਼੍ਰੀ ਅਕਾਲ ਜੀ, ਮੈਂ ਰੁਚੀ ਬਾਵਾ ਆਸ ਅਹਿਸਾਸ ਤੋਂ ਅੱਜ ਕਮਿਸ਼ਨਰ ਆਫ ਪੁਲਿਸ ਦੇ ਆਫਿਸ ਵਿੱਚ ਇਕੱਠੇ ਆਪਣੀ ਟੀਮ ਦੇ ਨਾਲ ਹੋਇਆ, ਜਿਹਦੇ ਵਿੱਚ ਅਸੀਂ ਜਿਹੜਾ ਲਾਸਟ ਈਅਰ ਐਂਟੀ ਡਰੱਗ ਕੈਂਪੇਨ ਤੇ ਵਰਚੁਅਲ ਕੰਪੀਟੀਸ਼ਨ ਕਰਾਇਆ ਸੀ ਡਿਫਰੈਂਟ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਨਾਲ, ਐਸੇ ਕੰਪੀਟੀਸ਼ਨਸ, ਕੈਪਸ਼ਨ ਕੰਪੀਟੀਸ਼ਨ ਤੇ ਡਰਾਇੰਗ ਕੰਪੀਟੀਸ਼ਨ ਨਾਲ। ਉਹਦੇ ਵਿੱਚ ਕਰੀਬਨ 200 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀ ਵਰਚੁਅਲੀ। ਆਨਲਾਈਨ ਕੰਪੀਟੀਸ਼ਨ ਸੀ ਤੇ 22 ਬੱਚਿਆਂ ਜਿਹੜੇ ਸੀ ਉਹਨਾਂ ਨੇ ਅਵਾਰਡ ਵਿਨਰ ਸੀ, ਜਿਹਦੇ ਵਿੱਚ 4 ਫਰਸਟ ਪ੍ਰਾਈਜ਼ਸ, 8 ਸੈਕੰਡ ਪ੍ਰਾਈਜ਼ਸ ਤੇ ਥਰਡ ਪ੍ਰਾਈਜ਼ਸ ਐਂਡ 20 ਕੁ ਸਾਡੇ ਹੈਗੇ ਸੀ ਕੰਸੋਲੇਸ਼ਨ ਪ੍ਰਾਈਜ਼ਸ, ਜਿਨ੍ਹਾਂ ਨੂੰ ਸਰਟੀਫਿਕੇਟ ਦਿੱਤੇ ਗਏ ਹਨ ਤੇ ਉਹਨਾਂ ਦੇ ਕੈਸ਼ ਪ੍ਰਾਈਜ਼ਸ ਵੀ ਦਿੱਤੇ ਗਏ ਨੇ। ਤੇ ਪਿਛਲੇ ਸਾਲ ਤੋਂ ਪ੍ਰੋਟੋਕੋਲਸ ਨੂੰ ਫੋਲੋ ਕਰਦੇ ਹੋਏ ਅਸੀਂ ਅਵਾਰਡ ਸੈਰੇਮਨੀ ਥੋੜੀ ਡਿਲੇ ਕਰਕੇ ਹੁਣ ਜਦੋਂ ਲੱਗ ਰਿਹਾ ਕਿ ਅਨਲੌਕ ਦਾ ਹੋ ਗਿਆ ਥੋੜਾ ਮਾਹੌਲ, ਤੇ ਸੀਪੀ ਸਾਹਿਬ ਵੈਰੀ ਜੈਨਰਸ ਐਂਡ ਵੀ ਵਰ ਵੈਰੀ ਥੈਂਕਫੁਲ ਕਿ ਉਹਨਾਂ ਨੇ ਸਾਨੂੰ ਇਹ ਟਾਈਮ ਦਿੱਤਾ ਤੇ ਅਸੀਂ ਕੁਝ ਬੱਚਿਆਂ ਨੂੰ ਬੁਲਾ ਕੇ ਅਵਾਰਡ ਸੈਰੇਮਨੀ ਦਿੱਤੀ ਹੈ। ਜਿਹੜੇ ਬੱਚੇ ਇੱਥੇ ਆਏ ਨੇ ਉਹਨਾਂ ਨੂੰ ਮਿਲ ਗਿਆ ਹੋਇਆ ਕੈਸ਼ ਪ੍ਰਾਈਜ਼ ਤੇ ਸਰਟੀਫਿਕੇਟਸ, ਜਿਹੜੇ ਬੱਚੇ ਨਹੀਂ ਆਏ ਉਹ ਸਾਡੇ ਆਫਿਸ ਤੋਂ ਆ ਕੇ ਲੈ ਜਾਣਗੇ। ਤੇ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਆਸ ਅਹਿਸਾਸ ਟੀਮ ਨੂੰ ਵੀ ਉਹਨਾਂ ਨੇ ਐਪਰੀਸ਼ੀਏਟ ਕੀਤਾ ਹੈ, ਜਿਹੜਾ ਕਿ ਸਾਈਕਲ ਰਾਈਡ ਅਸੀਂ 2 ਦਿਨ ਪਹਿਲਾਂ ਐਂਟੀ ਡਰੱਗ ਕੈਂਪੇਨ ਦੇ ਵਿੱਚ ਚਲਾਈ ਸੀ, ਉਹਦੇ ਵਿੱਚ ਜਿਹੜੇ ਵਾਲੰਟੀਅਰਸ ਆਸ ਅਹਿਸਾਸ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਅੱਜ ਐਪਰੀਸੀਏਸ਼ਨ ਅਵਾਰਡ ਵੀ ਉਹਨਾਂ ਨੇ ਦਿੱਤਾ। ਤੇ ਵੀ ਆਰ ਵੈਰੀ ਥੈਂਕਫੁਲ ਟੂ DCP ਸਾਹਿਬ, ਸਿਮਰਤਪਾਲ ਸਿੰਘ ਢੀਂਡਸਾ, ਰੁਪਿੰਦਰ ਮੈਮ, ADCP ਮੈਮ ਤੇ CP ਸਾਹਿਬ, ਜਿਨ੍ਹਾਂ ਨੇ ਇਹ ਸੈਰੇਮਨੀ ਨੂੰ ਮੈਨੂੰ ਅੱਜ ਹੁਣ ਦਿੱਤਾ ਤੇ ਇਟ ਇਜ਼ ਰੀਅਲੀ वेरी encouraging ceremony. Thank you. लुधियाना से कैमरामैन विकास के साथ राजेश मेहरा की रिपोर्ट। 2022 के चुनावों को देखते हुए सभी राजनीतिक दल अभी से सक्रिय हो चुके हैं और लगातार अपनी पार्टी का प्रचार कर रहे हैं। ऐसे में पंजाब में राजनीतिक जमीन तलाश कर रहे भाजपा दल द्वारा अपने आप को मजबूत करने के लिए कांग्रेस के खिलाफ प्रचार किया जा रहा है। ऐसा ही कुछ आज जिला पठानकोट में भी देखने को मिला, जहां 25 जून 1975 में लगी इमरजेंसी को लेकर कांग्रेस के खिलाफ मोर्चा खोला और भाजपा के जिन वर्कर्स ने बिना कोई जुर्म किए अपनी गिरफ्तारी दी थी उन्हें सम्मानित किया गया। इस सम्मान समारोह में भाजपा के पंजाब प्रधान अश्विनी शर्मा मौजूद रहे। ऐसा कि 25 जून 1975 ਨੂੰ ਦੇਸ਼ ਦਾ ਕੋਈ ਵੀ ਨਾਗਰਿਕ ਭੁੱਲ ਨਹੀਂ ਸਕਦਾ। 25 ਜੂਨ ਨੂੰ 1975 ਦੇ ਅੰਦਰ ਲੋਕਤੰਤਰ ਦੀ ਹੱਤਿਆ ਹੋਈ ਸੀ, ਵਿਚਾਰਾਂ ਦੀ ਅਭਿਵਿਅਕਤੀ ਨੂੰ ਰੋਕਿਆ ਗਿਆ ਸੀ ਔਰ ਉਹ ਦੇਸ਼ ਦੇ ਲੋਕਤੰਤਰ ਲਈ ਕਾਲਾ ਦਿਨ ਸੀ। ਉਹ ਐਸਾ ਕਾਲਾ ਅਧਿਆਇ ਹੈ ਜਿਹੜਾ ਕਾਂਗਰਸ ਦੀ ਮਾਨਸਿਕਤਾ ਨੂੰ ਪ੍ਰਗਟ ਕਰਦਾ ਹੈ ਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਜੀ ਨੇ ਦੇਸ਼ ਦੇ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਲਈ, ਕੋਰਟ ਦੇ ਫੈਸਲੇ ਨੂੰ ਬਦਲਣ ਦੇ ਲਈ ਪੋਲੀਟੀਕਲ ਪਾਰਟੀਆਂ ਦੇ ਲੋਕਾਂ ਨੂੰ ਜੇਲ੍ਹਾਂ 'ਚ ਬੰਦ ਕਰਤਾ ਔਰ ਚੌਥਾ ਸਤੰਭ ਕੇ ਜਾਣ ਵਾਲੇ ਮੀਡੀਆ ਦੇ ਉੱਤੇ ਵੀ ਪ੍ਰਤੀਬੰਧ ਲਗਾਏ ਔਰ
ਜਿਹੜਾ ਅਗੇਂਸਟ ਬੋਲਦਾ ਸੀ ਉਹਨੂੰ ਚੁੱਕ ਕੇ ਨੀਸਾ 'ਚ ਪਾ ਦਿੰਦੇ ਸੀ। ਇਹਦੇ ਲਈ 1975 'ਚ ਜੋ ਕਾਂਗਰਸ ਨੇ ਕੀਤਾ ਦੇਸ਼ ਉਹਨੂੰ ਮਾਫ ਨਹੀਂ ਕਰ ਸਕਦਾ। ਅੱਜ ਇਹ ਲੋਕਤੰਤਰ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਿਆਂ ਨੇ ਕਿਸ ਪ੍ਰਕਾਰ ਲੋਕਤੰਤਰ ਨੂੰ ਤਾਰ-ਤਾਰ ਕੀਤਾ, ਵਿਚਾਰਾਂ ਦੀ ਅਭਿਵਿਅਕਤੀ ਨੂੰ ਰੋਕਿਆ, ਇਹ ਇਤਿਹਾਸ ਦੇਸ਼ ਦੇ ਅੰਦਰ ਯਾਦ ਰਹੇ। ਔਰ ਇਹ ਕਾਲਾ ਦਿਨ ਜਿਹੜਾ ਹੈ ਕਦੀ ਵੀ ਦੁਬਾਰਾ ਹਿੰਦੁਸਤਾਨ ਦੇ ਲੋਕਤੰਤਰ 'ਚ ਨਾ ਆਏ। ਹਰ ਆਦਮੀ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਪ੍ਰਾਪਤ ਹੋਏ ਔਰ ਪੁਰਾਣੇ ਜਿਹੜੇ 1975 ਵਾਲੇ ਦਿਨ ਹੈ ਉਹਨਾਂ ਦੀ ਸੋਚ ਜਿਹੜੀ ਹੈ ਉਹਦੇ ਤੋਂ ਦੇਸ਼ ਜਿਹੜਾ ਬਾਹਰ ਨਿਕਲੇ। ਇਸ ਕਰਕੇ 25 ਜੂਨ ਨੂੰ ਅਸੀਂ ਪੂਰੇ ਦੇਸ਼ ਭਰ 'ਚ ਭਾਰਤੀ ਜਨਤਾ ਪਾਰਟੀ ਕਾਲਾ ਦਿਨ ਦੇ ਦਿਵਸ ਦੇ ਅੰਦਰ ਮਨਾ ਰਹੀ ਹੈ। ਅੱਜ ਪੂਰੇ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ 'ਚ ਪਾਰਟੀ ਦੇ ਨੇਤਾ ਜਿਹੜੇ ਹੈ 1975 'ਚ 25 ਜੂਨ ਨੂੰ ਐਮਰਜੈਂਸੀ ਜਿਹੜੀ ਲੱਗੀ ਉਹਨਾਂ ਦਿਨਾਂ 'ਚ ਕਿਸ ਪ੍ਰਕਾਰ ਦਾ ਜ਼ੁਲਮ ਹੋਇਆ ਉਹਦੀ ਜਾਣਕਾਰੀ ਆਉਣ ਵਾਲੀ पीढ़ी ਨੂੰ ਵੀ ਮਿਲੇ। इस करके दिन मनाया जा रहा है। पठानकोट से आलोक कुमार की रिपोर्ट। श्री मुक्तसर साहिब में छठे तनख्वाह कमीशन के विरोध में सरकारी डॉक्टर्स ने हड़ताल करते हुए नारेबाजी की। पंजाब सरकार की तरफ से पिछले दिनों छठे तनख्वाह कमीशन के रूप में किए गए भद्दे मजाक को लेकर सिविल हॉस्पिटल श्री मुक्तसर साहिब के समूह डॉक्टर्स की तरफ से हड़ताल की गई। इस समय हड्डियों के माहिर डॉक्टर अर्पणदीप सिंह बराड़ ने बताया कि इस दौरान समूचे डॉक्टर भाईचारे को उम्मीद थी कि सरकार छठे पे कमीशन में उनकी कोई हौसला अफजाई के लिए फालतू भत्ता देगी, परंतु सरकार की तरफ से पहले से ही मिल रहे एनपीए भत्ते को घटाकर डीलिंक करके डॉक्टरों का मनोबल गिराने का काम किया गया है। जॉइंट एक्शन समिति की तरफ से सरकार को चेतावनी दी गई कि यदि उनकी मांगों की तरफ ध्यान न दिया गया तो संघर्ष को और तीखा किया जाएगा। एमएस एसोसीएशन पंजाब ਵੱਲੋਂ ਇੱਕ ਦਿਨ ਦਾ ਜੋ ਸਟ੍ਰਾਈਕ ਦੀ ਕਾਲ ਦਿੱਤੀ ਗਈ ਸੀ, ਇਹ ਜਿਹੜੀ ਸਟ੍ਰਾਈਕ ਦੀ ਕਾਲ ਅੱਜ ਦਿੱਤੀ ਗਈ ਹੈ ਇਹ ਜੋ ਕਿ ਸਰਕਾਰ ਦਾ ਹੁਣੇ ਪੇ ਕਮਿਸ਼ਨ ਦੇ ਵਿੱਚ ਨਵੀਆਂ ਜੋ ਗਾਈਡਲਾਈਨਸ ਹੈ ਉਹ ਲਿਆਂਦੀਆਂ ਗਈਆਂ, ਜਿਹਦੇ ਵਿੱਚ ਕਿ ਐਨਪੀਏ ਘਟਾ ਦਿੱਤਾ ਗਿਆ ਤੇ ਤਨਖਾਹ ਨਾਲੋਂ ਡੀਲਿੰਕ ਕਰ ਦਿੱਤਾ ਗਿਆ। ਉਹਦੇ ਖਿਲਾਫ ਜੋ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਆਪਦਾ ਰੋਸ ਦਰਜ ਕਰਾ ਰਹੀਆਂ। ਇਹ ਬਹੁਤ ਹੀ ਮਾੜਾ ਜੋ ਸਟੈਪ ਹੈ ਸਰਕਾਰ ਵੱਲੋਂ ਚੱਕਿਆ ਗਿਆ ਹੈ। ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਕਰੋਨਾ ਦੇ ਟਾਈਮ ਦੇ ਵਿੱਚ ਜੋ ਸਿਹਤ ਮਹਿਕਮਾ ਦੇ ਡਾਕਟਰਸ ਹੈ ਤੇ ਬਾਕੀ ਦੂਜੀਆਂ ਜਥੇਬੰਦੀਆਂ ਜਿਵੇਂ ਕਿ ਵੈਟਰਨਰੀ ਦੇ ਡਾਕਟਰਸ ਹੋ ਗਏ ਜਾਂ ਆਯੂਸ਼ ਜਾਂ ਹੋਮੋਪੈਥੀ ਦੇ ਡਾਕਟਰਸ ਹੈ, ਉਹ ਸਾਰੇ ਨੇ ਬੜਾ ਹੀ ਯੋਗਦਾਨ ਆਪਦਾ ਜਿਹੜਾ ਉਹ ਦਿੱਤਾ ਹੈ ਕੋਵਿਡ ਦੇ ਟਾਈਮ ਦੇ ਵਿੱਚ। ਤੇ ਇਸ ਟਾਈਮ ਸਰਕਾਰ ਨੂੰ ਲੋੜ ਸੀ ਕਿ ਸਰਕਾਰ ਡਾਕਟਰਸ ਦਾ ਤੇ ਦੂਜੇ ਸਿਹਤ ਮਹਿਕਮੇ ਦੇ ਕਰਮਚਾਰੀਆਂ ਦਾ ਮਨੋਬਲ ਵਧਾਵੇ, ਪਰ ਜਿੱਦਾਂ ਦਾ ਇਹ ਜੋ ਸਟੈਪ ਹੈ ਸਰਕਾਰ ਚੱਕ ਰਹੀ ਹੈ, ਨਵਾਂ ਪੇ ਕਮਿਸ਼ਨ ਲੈ ਕੇ ਆਈ ਹੈ, ਤਾਂ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਿਹਤ ਕਰਮਚਾਰੀਆਂ ਦਾ ਮਨੋਬਲ ਘਟਾਉਣ ਵਾਲੀਆਂ। ਸੋ ਸਾਡੀ ਸਰਕਾਰ ਨੂੰ ਇਹੀ ਗੁਜ਼ਾਰਿਸ਼ ਹੈ ਵੀ ਇਹ ਜਿਹੜਾ ਸਟੈਪ ਚੱਕੇ ਗਏ ਹੈ ਇਹਨਾਂ ਨੂੰ ਰੋਲ ਬੈਕ ਕੀਤਾ ਜਾਵੇ, ਨਹੀਂ ਤਾਂ ਜੋ ਇਹ ਸਟ੍ਰਾਈਕ ਹੈ ਇਹ ਅੱਗੇ ਹੋਰ ਵੀ ਭਿਆਨਕ रूप ले सकती है। थैंक यू। श्री मुक्तसर साहिब से सोनू खेड़ा की रिपोर्ट। भाजपा नेता श्वेत मलिक ने आज अमृतसर में संवाददाता सम्मेलन को संबोधित करते हुए कहा कि दिल्ली की सीमा पर बैठे किसान संगठन कृषि सुधार अधिनियम को निरस्त कराने के लिए बैठे हैं। कृषि मंत्री नरेंद्र तोमर का बयान सामने आया कि कृषि सुधार अधिनियम को निरस्त नहीं किया जाएगा। उन्होंने कहा कि सरकार कह रही है कि 10 सदस्यीय समिति बनाकर इन विधेयकों पर पुनर्विचार किया जा सकता है और किसानों को भी अपने गुस्से वाली राजनीति को पीछे छोड़ देना चाहिए। उन्होंने कहा कि कुछ राजनीतिक दल जो नरेंद्र मोदी के कार्यों से बहुत ईर्ष्या करते थे, वे इस आंदोलन को जारी रखना चाहते थे और किसानों को गुमराह कर रहे थे। और अंत में उन्होंने फिर से किसानों से अपील की, कृषि सुधार अधिनियम को निरस्त करने की जिद छोड़ दे और बैठक समाप्त होने पर इसे बदलने के लिए सहमत हो। आर्थिक तौर ਦੇ ਉੱਤੇ ਭ੍ਰਿਸ਼ਟਾਚਾਰ ਨੂੰ ਖਤਮ ਹੋਣ ਦਾ ਕਈ ਉਪਰਾਲੇ ਕੀਤੇ ਗਏ। ਉਸੇ ਤਰ੍ਹਾਂ ਭਾਰਤ ਦੀ ਜਿਹੜੀ ਇੱਜ਼ਤ ਨੂੰ ਬਚਾਉਣ ਲਈ 370 ਦੀ ਧਾਰਾ ਖਤਮ ਕੀਤੀ ਗਈ। ਕਸ਼ਮੀਰ ਨੂੰ ਭਾਰਤ ਦਾ ਅਭਿੰਨ ਅੰਗ ਬਣਾਇਆ ਗਿਆ। ਉਸੇ ਤਰ੍ਹਾਂ ਮਹਿਲਾ ਸ਼ਕਤੀ ਦੇ ਖਿਲਾਫ 370 ਦੀ ਜਿਹੜੀ ਟ੍ਰਿਪਲ ਤਲਾਕ ਦੀ ਜਿਹੜੀ ਇੱਕ ਕਾਲਾ ਕਾਨੂੰਨ ਸੀਗਾ, ਉਹ ट्रिपल तलाक का काला कानून भी साड़ी सरकार ने खत्म किया। सो मैं किसानों के कानून बारे ये कहना
ਕਿ ਕਿਸਾਨਾਂ ਦੇ ਕਾਨੂੰਨ ਦੇ ਉੱਤੇ ਸਾਡੇ ਪ੍ਰਧਾਨ ਮੰਤਰੀ ਜੀ, ਸਾਡੇ ਐਗਰੀਕਲਚਰ ਮਿਨਿਸਟਰ ਨਰਿੰਦਰ ਸਿੰਘ ਤੋਮਰ ਜੀ, ਉਹਨਾਂ ਨੇ ਖੁੱਲ੍ਹਾ ਨਿਮੰਤਰਣ ਦਿੱਤਾ ਹੈ ਕਿ ਕਾਨੂੰਨ ਰੱਦ ਨਹੀਂ ਹੋਣਗੇ, ਕਾਨੂੰਨਾਂ ਨੂੰ ਅਮੈਂਡ ਕੀਤਾ ਜਾ ਸਕਦਾ ਹੈ। ਇਹਦੇ ਲਈ 1.5 ਸਾਲ ਦਾ ਟਾਈਮ ਵੀ ਉਹਨਾਂ ਨੇ ਕਹਿ ਦਿੱਤਾ ਕਿ ਜਿੱਦਾਂ ਅਮੈਂਡਮੈਂਟਸ ਹੁੰਦੀਆਂ ਹੀ ਨੇ ਕਾਨੂੰਨਾਂ 'ਚ। ਮੈਂ ਰਾਜ ਸਭਾ ਪਾਰਲੀਮੈਂਟ ਜਾਂ ਲੋਕ ਸਭਾ ਰਾਜ ਸਭਾ ਦੇ ਵਿੱਚ ਹਰ ਕਾਨੂੰਨ ਜਿਸ ਤਰ੍ਹਾਂ ਸਮੇਂ ਆਉਂਦਾ ਅਮੈਂਡ ਹੁੰਦਾ ਹੈ। ਖੁੱਲ੍ਹਾ ਨਿਮੰਤਰਣ ਸਰਕਾਰ ਨੇ ਇੰਨਾ ਖੁੱਲ੍ਹਾ ਦਿਲ ਦਿਖਾਇਆ ਕਿ 1.5 ਸਾਲ ਆਓ, ਸਿਰ ਜੋੜ ਲਈਏ। 5 ਮੈਂਬਰੀ ਕਮੇਟੀ ਤੁਸੀਂ ਬਣਾ ਲਓ, 5 ਮੈਂਬਰੀ ਕਮੇਟੀ ਅਸੀਂ ਬਣਾ ਲੈਂਦੇ ਆ, ਔਰ ਇਹਦੀ ਮੈਨੂੰ ਗੱਲ ਪੂਰੀ ਕਰ ਦਿਓ ਜੀ। 10 ਮੈਂਬਰਾਂ ਦੇ ਨਾਲ ਆਓ ਚਿੰਤਨ ਕਰੀਏ, ਸਿਰ ਜੋੜੀਏ, ਔਰ ਇਹ ਕਾਨੂੰਨਾਂ ਦੇ ਉੱਤੇ ਜੋ ਅਮੈਂਡਮੈਂਟ ਕਰਾਉਣਾ ਚਾਹੁੰਦੇ ਉਹ ਕਰਾ ਲੈਂਦੇ ਆ, ਔਰ ਉਹ ਕਾਨੂੰਨ ਫਾਈਨਲ ਜਿਹੜਾ ਹੋਏਗਾ ਉਹ ਲਾਗੂ ਕਰਾਂਗੇ। ਪਰ ਇਹ ਕਿਸਾਨਾਂ ਨੂੰ ਮੈਂ ਬੇਨਤੀ ਕਰਾਂਗਾ ਜੀ ਕਿ ਨਫ਼ਰਤ ਤੇ ਗੁੱਸੇ ਦੀ ਰਾਜਨੀਤੀ ਜਿਹੜੀ ਹੈ ਉਹਨੂੰ ਛੱਡ ਦਿਓ, ਜ਼ਿੱਦ ਦੀ ਰਾਜਨੀਤੀ ਜਿਹੜੀ ਹੈ ਉਹਨੂੰ ਛੱਡ ਦਿਓ। ਕੁਝ ਵਿਪਕਸ਼ੀ ਪਾਰਟੀਆਂ ਜਿਹਦੇ ਵਿੱਚ ਕਿ ਕਾਂਗਰਸ ਵੀ ਹੈ, ਜਿਹਦੇ ਵਿੱਚ ਕਿ ਆਮ ਆਦਮੀ ਪਾਰਟੀ ਵੀ ਹੈ, ਜਿਹਦੇ ਵਿੱਚ ਕਿ ਮਮਤਾ ਬੈਨਰਜੀ ਵੀ ਨੇ, ਸਾਰੀਆਂ ਹੀ ਵਿਪਕਸ਼ੀ ਪਾਰਟੀਆਂ ਜਿਨ੍ਹਾਂ ਨੂੰ ਮੋਦੀ ਜੀ ਦੇ ਵਿਸ਼ਵ ਵਿਆਪੀ ਨੇਤਾ ਬਣਨ ਦੇ ਨਾਲ, ਮੋਦੀ ਜੀ ਦੀ ਉਪਲਬਧੀਆਂ ਦੇ ਨਾਲ ਦੇਸ਼ ਨੇ ਹਾਸ਼ੀਏ ਤੇ ਕਰਤਾ ਹੈ, ਉਹ ਇਸ ਅੰਦੋਲਨ ਦਾ ਰਾਜਨੀਤਿਕ ਰੋਟੀਆਂ ਸੇਕ ਰਹੇ ਨੇ, ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ। ਮੈਂ ਉਹਨਾਂ ਨੂੰ ਵੀ ਕਹਾਂਗਾ ਕਿ ਦੇਸ਼ ਦੇ ਹਿੱਤ ਦੇ ਵਿੱਚ ਬਾਜ਼ ਆਉਣ ਔਰ ਐਸਾ ਕੰਮ ਨਾ ਕਰਨ। ਕਿਸਾਨਾਂ ਨੂੰ ਮੈਂ ਫਿਰ ਬੇਨਤੀ ਕਰਾਂਗਾ ਕਿ ਉਹ ਵਾਰਤਾ ਦੇ ਟੇਬਲ ਤੇ ਆਣ, ਜ਼ਿੱਦ ਛੱਡਣ। अमृतसर से सुनील खोसला की रिपोर्ट। छठे वेतन आयोग में एनपीए में कटौती को लेकर पंजाब के सरकारी अस्पतालों के डॉक्टर आज हड़ताल पर हैं, जिसका असर अमृतसर के सरकारी अस्पतालों में साफ देखने को मिला। अमृतसर के गुरु नानक देव हॉस्पिटल के डॉक्टर ने पंजाब सरकार के खिलाफ नारेबाजी की और सरकार से उनकी मांगों को लेकर अपील की। इस मौके पर पत्रकारों से बात करते हुए डॉक्टर्स ने कहा कि एक तरफ जहां हम कोरोना महामारी के दौरान दिन रात फ्रंटलाइन पर अपनी सेवाएं दे रहे हैं, दूसरी तरफ सरकार छठे वेतन आयोग में कटौती कर हमें धक्का दे रही है, जिसे बर्दाश्त नहीं किया जाएगा और आज ओपीडी को ही बंद कर दिया गया है। उन्होंने कहा अगर सरकार ने हमारी मांगों को पूरा नहीं किया तो संघर्ष तेज किया जाएगा। ਅੱਜ ਦਾ ਸਾਡਾ ਜਿਹੜਾ ਇੱਥੇ ਇਕੱਠੇ ਹੋਣ ਦਾ ਮਕਸਦ ਵਾ ਪੰਜਾਬ ਸਰਕਾਰ ਦੀਆਂ ਅੱਖਾਂ ਖੋਲ੍ਹਣਾ, ਉਹਨੂੰ ਗੂੜੀ ਨੀਂਦ ਤੋਂ ਜਗਾਉਣਾ, ਕਿਉਂਕਿ ਸਰਕਾਰ ਲੰਮੇ ਸਮੇਂ ਤੋਂ ਸੁੱਤੀ ਪਈ ਆ। ਇਹਨੂੰ ਮੁਲਾਜ਼ਮਾਂ ਦੀ ਕੋਈ ਦੁੱਖ ਤਕਲੀਫ, ਕੋਈ ਪ੍ਰੋਬਲਮਸ ਨਜ਼ਰ ਨਹੀਂ ਆਉਂਦੀਆਂ। ਇਹਨਾਂ ਨੇ ਨਰਸਿੰਗ ਕੇਡਰ ਦੇ ਵਿੱਚ ਸਭ ਤੋਂ ਪਹਿਲਾਂ ਸਾਡੀ ਡਾਇਰੈਕਟੋਰੇਟ ਦੀ ਜਿਹੜੀ ਪੋਸਟ ਆ ਉਹ ਖਤਮ ਕੀਤੀ, ਅਬੋਲਿਸ਼ ਕੀਤੀ। ਉਸ ਤੋਂ ਬਾਅਦ ਸਾਡੇ ਨਰਸਿੰਗ ਜਿਹੜੀਆਂ ਸੁਪਰਡੈਂਟ ਦੀਆਂ ਪੋਸਟਾਂ ਵਾ ਉਹਨਾਂ ਨੂੰ ਘੱਟ ਕਰ ਰਹੇ ਨੇ, ਫਿਰ ਉਸ ਤੋਂ ਬੰਦ ਕਰਨ ਦੀਆਂ, ਖਤਮ ਕਰਨ ਦੀ ਇਹਦੀ ਕੋਸ਼ਿਸ਼ ਕਰ ਰਹੇ ਨੇ। ਮੇਟਰਨਸ ਦੀਆਂ ਪੋਸਟਾਂ ਘਟਾ ਰਹੇ ਨੇ, ਸਿਸਟਰਸ ਦੀਆਂ ਪੋਸਟਾਂ ਘਟਾ ਰਹੇ ਨੇ। ਅਸੀਂ ਇਹ ਸਾਰੇ ਏਜੰਡੇ ਲੈ ਕੇ ਅੱਜ ਇੱਥੇ ਇਕੱਠੇ ਹੋਏ ਆ। ਸਾਡੇ ਜਿਹੜੇ ਨਵੇਂ ਭਰਤੀ ਕੀਤੇ ਬੱਚੇ, ਸਾਡਾ ਸਟਾਫ ਜਿਹੜੇ ਆਏ ਆ, ਉਹਨਾਂ ਨੂੰ ਇਹਨਾਂ ਨੇ 44,900 ਦਾ ਲਾਰਾ ਲਾ ਕੇ ਅੱਜ ਉਹਨਾਂ ਨੂੰ 29,200 ਰੁਪਇਆ ਦੇ ਰਹੇ ਨੇ, ਇੱਕ ਕਲੈਰੀਕਲ ਮਿਸਟੇਕ ਦਾ ਨਾਮ ਦੇ ਕੇ। ਅਸੀਂ ਉਹ ਸਾਰੇ ਮੁੱਦੇ ਲੈ ਕੇ ਅੱਜ ਇੱਥੇ ਆਏ, ਇਕੱਠੇ ਹੋਏ ਆ। ਅਸੀਂ ਇੱਥੇ ਧਰਨਾ ਮੁਜ਼ਾਹਰਾ ਕਰ ਰਹੇ ਹਾਂ ਤਾਂ ਕਿ ਪੰਜਾਬ ਸਰਕਾਰ ਜਾਗ ਸਕੇ ਤੇ ਸਾਡੀਆਂ ਜਿਹੜੀਆਂ ਉਹ ਮੰਗਾਂ, ਸਾਡੇ ਜਿਹੜੀਆਂ ਪ੍ਰੋਬਲਮਸ ਉਹ ਸੁਣ ਸਕੇ। ਇਹਦਾ ਕੋਈ ਇਹ ਫਿਕਸ ਸਮਾਂ ਨਹੀਂ ਆ, ਕਿਉਂਕਿ ਜੇ ਸਰਕਾਰ ਸਾਡੀਆਂ ਗੱਲਾਂ ਸੁਣਦੀ ਆ, ਸਾਨੂੰ ਕੋਈ ਟਾਈਮ ਦਿੰਦੀ ਆ, ਕੋਈ ਸਾਡੇ ਨਾਲ ਗੱਲਬਾਤ ਕਰਦੀ, ਟੇਬਲ ਟਾਕ ਕਰਦੀ ਆ ਤੇ ਅਸੀਂ ਜਾਵਾਂਗੇ। ਪਰ ਜਿੰਨਾ ਚਿਰ ਤੱਕ ਸਰਕਾਰ ਦਾ ਇਸ ਗੱਲ ਵੱਲ ਧਿਆਨ ਨਹੀਂ ਆਉਂਦਾ, ਇਹ ਸੰਘਰਸ਼ ਐਵੇਂ ਹੀ ਚੱਲਦਾ ਰਹੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖਾ ਹੋਏਗਾ। ਨਹੀਂ, ਇੱਥੋਂ ਦੇ ਸਾਰੇ ਹਸਪੀਟਲ, ਡੈਂਟਲ ਕਾਲਜ ਅੰਮ੍ਰਿਤਸਰ, ਟੀਬੀ ਹਸਪੀਟਲ ਅੰਮ੍ਰਿਤਸਰ, ਮੈਂਟਲ ਹਸਪੀਟਲ ਅੰਮ੍ਰਿਤਸਰ ਤੇ ਗੁਰੂ ਨਾਨਕ ਹਸਪੀਟਲ ਗੁਰੂ ਤੇਗ ਬਹਾਦਰ, ਸਭ ਡਿਪਾਰਟਮੈਂਟ ਜਿਹੜੇ ਇੱਥੇ ਅੱਜ ਇਕੱਠੇ ਹੋਏ ਨੇ। ਈਵਨ ਦੈਨ ਕਿ ਪਟਿਆਲੇ ਦੇ ਸਾਰਾ ਸਟਾਫ ਬਾਹਰ ਆ, ਸਾਰੇ ਉਹਨਾਂ ਦੇ ਡਿਪਾਰਟਮੈਂਟਸ, ਟੀਬੀ ਡਿਪਾਰਟਮੈਂਟ, ਡੈਂਟਲ ਡਿਪਾਰਟਮੈਂਟ, ਸਭ ਉਹ ਅੱਜ ਬਾਹਰ ਨਿਕਲੇ ਨੇ। ਸਾਰਾ ਜੁਆਇੰਟ ਐਕਸ਼ਨ ਹੋਇਆ ਹੈ। ਅਗਲਾ ਸੰਘਰਸ਼ ਇਸ ਤੋਂ ਵੀ ਤਿੱਖਾ ਹੋਏਗਾ, ਕਿਉਂਕਿ ਅਸੀਂ ਸਰਕਾਰ ਨੂੰ ਜਗਾਉਣਾ ਵਾ, ਇਹ ਗੂੜੀ ਨੀਂਦ ਤੋਂ ਜਗਾਉਣਾ ਵਾ। ਇਹ ਸਾਡਾ ਸੰਘਰਸ਼ ਜਿਹੜਾ ਡੇ ਬਾਏ ਡੇ ਤਿੱਖਾ ਹੋਏਗਾ। ਤੇ ਜੇ ਸਾਡੇ ਸੰਘਰਸ਼ ਦੇ ਕਰਕੇ, ਸਾਡੀਆਂ ਸਟ੍ਰਾਈਕਸ ਦੇ ਕਰਕੇ ਕੋਈ ਪੇਸ਼ੈਂਟ ਦਾ ਨੁਕਸਾਨ ਹੁੰਦਾ ਵਾ, ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਹਸਪੀਟਲ ਦਾ ਨੁਕਸਾਨ ਹੁੰਦਾ, ਇਸ ਦੀ ਜ਼ਿੰਮੇਵਾਰ ਸਿੱਧੀ ਪੰਜਾਬ ਸਰਕਾਰ। अमृतसर से सुनील खोसला की रिपोर्ट। शिरोमणि अकाली दल के वरिष्ठ नेता और पूर्व मंत्री विक्रम सिंह मजीठिया ने अभद्रता मामले की जांच कर रहे नए विशेष जांच दल एसआईटी पर कांग्रेस के इशारे पर काम करने का आरोप लगाया है। इस मौके पर मजीठिया ने एसआईटी की ओर से कांग्रेस पार्टी के इशारे पर सीबीआई द्वारा जांच के सबूत भी पेश किए। मजीठिया ने कहा कि इस जांच को लेकर हाईकोर्ट के आदेश का खुलेआम उल्लंघन किया जा रहा है। उन्होंने कहा कि नए एसआईटी के विरुद्ध अकाली दल उनके खिलाफ चंडीगढ़ में केस करेगा।
उन्होंने और क्या कुछ कहा, आइए आप भी सुनिए। ਹਮੇਸ਼ਾ ਇਹਨੂੰ ਵੱਖਰੇ ਕਰਕੇ ਪੇਸ਼ ਕੀਤਾ ਗਿਆ। ਕਾਂਗਰਸ ਦੀ ਇਹ ਪੋਲਿਟਿਕਸ ਰਹੀ ਹੈ ਕਿ ਇਹਨੂੰ ਇੱਕ ਇਨਸੀਡੈਂਟ ਪੇਸ਼ ਕਰੋ, ਔਰ ਹੁਣ ਵੀ ਜੋ SIT ਦੀ ਟੀਮ ਕਰ ਰਹੀ ਹੈ, ਹਾਈ ਕੋਰਟ ਦੇ ਉਹਨਾਂ ਆਰਡਰਾਂ ਦੀ ਵੀ ਉਲੰਘਣਾ ਕਰ ਰਹੀ ਹੈ। ਉੱਥੇ ਆਰਡਰ ਬੜਾ ਸਪਸ਼ਟ ਹੈ ਕਿ ਕੋਟਕਪੂਰਾ ਫਾਇਰਿੰਗ ਜਿਹਦੇ 'ਚ ਡੈਥ ਕਿਸੇ ਦੀ ਨਹੀਂ ਹੋਈ, ਇਹ ਕੱਲਾ ਉਸ ਕੇਸ ਨੂੰ ਇਨਵੈਸਟੀਗੇਟ ਕਰ ਰਿਹਾ, ਮਗਰ ਉਸ ਮੁਤਲਕ ਸਵਾਲ ਇਹ ਪੁੱਛਦੇ ਨਹੀਂ, ਸੱਜੇ ਖੱਬੇ ਦੀ ਗੱਲ ਕਰਦੇ। ਇਹ ਤੋਂ ਸਪਸ਼ਟ ਹੋ ਜਾਂਦਾ। ਔਰ ਜਿਸ ਤਰੀਕੇ ਨਾਲ ਇਹ ਸਾਰੇ ਰਿਟਾਇਰਡ ਅਫਸਰਾਂ ਨੂੰ, ਵਿਜੀਲੈਂਸ ਮਹਿਕਮੇ ਦੇ ਅਫਸਰਾਂ ਨੂੰ, ਇਹਨਾਂ ਸਭ ਨੂੰ ਵਿੱਚ ਲੈ ਕੇ ਆਉਂਦੇ, ਔਰ ਜੋ ਬਿਆਨ ਜਾਖੜ ਦੇ, ਰਾਹੁਲ ਗਾਂਧੀ ਦੇ, ਸੋਨੀਆ ਗਾਂਧੀ ਦੇ ਆਉਂਦੇ, ਉਹ ਤੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਕੋਟਕਪੂਰੇ ਦਾ ਇਨਸੀਡੈਂਟ ਦੀ ਇਨਕੁਆਇਰੀ ਨਹੀਂ ਕਰਨੀ। ਇਹਨਾਂ ਨੇ ਧੱਕੇ ਨਾਲ ਇਹ ਸਾਰੇ ਮਸਲੇ ਨੂੰ ਰੌਲਾ ਗੋਲਾ ਪਾ ਕੇ ਬੇਅਦਬੀ ਬਣਾ ਕੇ ਕੋਰਟ 'ਚ ਪੇਸ਼ ਕਰ ਦੇਣਾ, ਔਰ ਫਿਰ ਪਬਲਿਕ ਨੂੰ ਕਹਿਣਾ ਵੇਖੋ ਜੀ ਅਸੀਂ ਤਾਂ ਕੰਮ ਕਰਤਾ। ਮਗਰ ਇਹ ਕੇਵਲ ਤੇ ਕੇਵਲ ਫਰਾਡ ਹੈ, ਝੂਠ ਹੈ। ਜਿੱਤ ਸੱਚਾਈ ਦੀ ਆਉਣੀ, ਔਰ ਫਿਰ 4 ਦਿਨ ਬਾਅਦ, ਕਿਉਂਕਿ ਜਦ ਹਾਈ ਕੋਰਟ ਨੇ ਫਿਰ ਸਖਤ ਟਿੱਪਣੀਆਂ ਦਿੱਤੀਆਂ, ਫਿਰ ਇਹਨਾਂ ਨੇ ਸੱਜੇ ਖੱਬੇ ਭੱਜਣਾ ਔਰ ਕਹਿਣਾ ਤਾਂ ਹਾਈ ਕੋਰਟ ਦਾ ਫੈਸਲਾ ਜੀ, ਅਸੀਂ ਕੀ ਕਰੀਏ। ਅੱਜ ਵੀ ਲੋਕਾਂ ਦੀ ਅੱਖਾਂ 'ਚ एक घटा पाने का काम कर रहे हैं, कख नहीं कर रहे। अमृतसर से सुनील खोसला की रिपोर्ट। कृषि कानूनों को लेकर किसान का रोष अभी तक जारी है। भाजपा के पंजाब उपाध्यक्ष नरेंद्र परमार गुरदासपुर जिले के बटाला पहुंचे थे, लेकिन इसी बीच किसानों को पता चलते ही किसान भाजपा कार्यालय के बाहर आ गए और नारेबाजी करने लगे। किसानों ने कहा कि जब तक 3 कृषि कानूनों को निरस्त नहीं किया जाता, तब तक भाजपा के हर नेता का विरोध किया जाएगा और उन्हें गांवों में प्रवेश नहीं करने दिया जाएगा। उन्होंने कहा कि जब भी कोई भाजपा नेता गांवों और शहरों में कार्यक्रम करेगा तो किसान उसका विरोध करेगा। भाजपा कार्यालय के अंदर जिला भाजपा अध्यक्ष राकेश भाटिया और हीरा वालिया समेत कई भाजपा कार्यकर्ता मौजूद थे। आपको बता दें कि किसान लंबे समय से अपने अधिकारों के लिए भाजपा के कृषि कानूनों का विरोध कर रहे हैं, लेकिन केंद्र की मोदी सरकार अड़ी हुई है। ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ BJP ਮੁਕਤ ਭਾਰਤ ਦਾ ਨਾਰਾ ਦਿੱਤਾ ਆ। BJP ਦਾ ਹਰ ਥਾਂ ਤੇ ਵਿਰੋਧ ਕਰ ਰਹੇ ਆ। ਅੱਜ ਅਸੀਂ ਬਟਾਲਾ ਵਿੱਚ ਖੜੇ ਆ BJP ਦਫ਼ਤਰ ਸਾਹਮਣੇ, ਜਿੱਥੇ ਇਹਨਾਂ ਦੇ ਕੋਈ ਬਾਹਰਲੇ ਜ਼ਿਲ੍ਹਿਆਂ ਤੋਂ ਨੇਤਾ ਜਿਹੜੇ ਨੇ ਇੱਥੇ ਆਏ ਨੇ, ਜਿਹੜੇ ਸਾਡੀ ਲੋਕ ਦੀ ਰਾਗ ਤੇ ਹੱਥ ਰੱਖ ਰਹੇ ਨੇ, ਸਾਡੇ ਅੱਲੇ ਜ਼ਖਮਾਂ ਤੇ ਜਿਹੜਾ ਲੂਣ ਛਿੜਕ ਰਹੇ ਨੇ। ਅਸੀਂ ਉਹਨਾਂ ਚਿਰ ਤੱਕ ਇਹਨਾਂ ਦੀ ਵਿਰੋਧਤਾ ਕਰਨੀ ਹੈ ਜਿੰਨਾ ਚਿਰ ਤੱਕ BJP ਸਾਡੇ ਜਿਹੜੇ ਦਿੱਲੀ ਦੇ ਕਾਲੇ ਕਾਨੂੰਨ ਜਿਹੜੇ ਨੇ ਉਹ ਰੱਦ ਨਹੀਂ ਕਰਦੇ ਕਿਸਾਨਾਂ ਵਿਰੋਧੀ, ਉਹਨਾਂ ਚਿਰ ਤੱਕ ਅਸੀਂ ਇਹਨਾਂ ਦੀ ਵਿਰੋਧਤਾ ਕਰਨੀ ਹੈ ਤੇ ਲਗਾਤਾਰ ਕਰਦੇ ਰਹਿਣਾ ਹੈ। ਕੀ ਸਮਝਦੇ ਹੋ, ਲਗਾਤਾਰ ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ BJP ਦੇ ਨੇਤਾਵਾਂ ਦਾ ਹੀ ਵਿਰੋਧ ਕਰਾਂਗੇ, ਪਰ ਇਹ ਫਿਰ ਵੀ ਬਾਹਰ ਨਿਕਲ ਕੇ ਮੀਟਿੰਗਾਂ ਕਰਦੇ। ਦੇਖੋ ਬਾਹਰ ਨਿਕਲ ਕੇ ਮੀਟਿੰਗਾਂ ਨਹੀਂ ਕਰ ਰਹੇ, ਅੰਦਰ ਵੜ ਕੇ ਮੀਟਿੰਗ ਕਰ ਰਹੇ। ਬਾਹਰ ਤਾਂ ਅਸੀਂ ਖੜੇ ਹਾਂ। ਜੇ ਇਹਨਾਂ ਦੀ ਥੋੜੀ ਬਹੁਤੀ ਇਨਸਾਨੀਅਤ ਹੈਗੀ ਹੈ, ਜ਼ਰੂਰਤ ਹੈਗੀ ਆ, ਜੇ ਮਾਂ ਦਾ ਦੁੱਧ ਪੀਤਾ ਤੇ ਬਾਹਰ ਸੜਕ ਤੇ ਆ ਜਾਣ, ਅਸੀਂ ਵੇਖ ਲਈਏ ਵੀ ਕੀ ਹੈ। ਪੁਲਿਸ ਪ੍ਰਸ਼ਾਸਨ ਦੇ ਦਬਾਅ ਨਾਲ ਜਾਂ ਪੁਲਿਸ ਪ੍ਰਸ਼ਾਸਨ ਦੀ ਸੁਰੱਖਿਆ ਦੇ ਹੇਠਾਂ ਜਿਹੜੇ ਮੀਟਿੰਗਾਂ ਕਰ ਰਹੇ ਨੇ, ਅਸੀਂ ਇਹਨਾਂ ਦੀ ਸਖਤ ਵਿਰੋਧਤਾ ਕਰਾਂਗੇ। ਅੱਜ ਇੱਥੇ BJP ਵੱਲੋਂ ਜਿਹੜਾ ਇੱਕ ਪ੍ਰੋਗਰਾਮ ਮਨਾਇਆ ਜਾ ਰਿਹਾ ਸੀ, ਜਿਹੜਾ ਐਮਰਜੈਂਸੀ ਜਦੋਂ ਲੱਗੀ ਸੀਗੀ ਉਦੋਂ ਜਿਹੜੇ ਇਹਨਾਂ ਦੇ ਆਗੂ ਸੀਗੇ ਉਹਨਾਂ ਨੂੰ ਜਦੋਂ ਜੇਲ੍ਹ ਹੋਈ ਸੀਗੀ ਉਹਨਾਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਇੱਥੇ, ਜਿਹਦਾ ਕਰਕੇ ਕਿ BJP ਦੇ ਜ਼ਿਲ੍ਹਾ ਅਹੁਦੇਦਾਰ ਤੇ ਹੋਰ ਵੀ ਉਹਨਾਂ ਦੇ ਸਮਰਥਕ ਇਕੱਠੇ ਹੋਏ ਸੀਗੇ ਔਰ ਉਸੇ ਦੌਰਾਨ ਹੀ ਕਿਸਾਨ ਨੇਤਾ ਵੀ ਆਪਣੇ ਹੋਰ ਸਮਰਥਕਾਂ ਦੇ ਨਾਲ ਇੱਥੇ ਪਹੁੰਚੇ ਸੀਗੇ, ਜਿਨ੍ਹਾਂ ਨੇ ਆਪਣੀ ਜਿਹੜੇ 3 ਕਿਸਾਨ ਬਿੱਲ ਹੈਗੇ ਨੇ ਉਹਨਾਂ ਦੇ ਖਿਲਾਫ ਜੋ ਆਲਰੇਡੀ ਇੱਕ ਚੱਲ ਰਿਹਾ ਹੈਗਾ ਪ੍ਰੋਟੈਸਟ ਦਿੱਲੀ 'ਚ, ਉਹਦੇ ਰਿਗਾਰਡਿੰਗ ਉਹਨਾਂ ਨੇ ਪ੍ਰੋਟੈਸਟ ਕੀਤਾ ਇੱਥੇ। ਤੇ BJP ਦਾ ਵੀ ਫੰਕਸ਼ਨ ਚੱਲ ਰਿਹਾ ਸੀਗਾ ਤੇ ਦੋਵੇਂ ਫੰਕਸ਼ਨ ਔਰ ਕਿਸਾਨ ਵੀ ਆਪਣਾ ਪ੍ਰੋਟੈਸਟ ਕਰਕੇ ਚਲੇ ਗਏ ਐਂਡ BJP ਵਾਲੇ ਵੀ ਅਸੀਂ ਸੇਫਲੀ ਇੱਥੋਂ ਸਾਰੇ ਕੱਢ ਦਿੱਤੇ ਹੈਗੇ। ਕਿਸਾਨਾਂ ਨੇ ਗੱਡੀ ਦੇ ਮਗਰ ਭੱਜ ਕੇ ਵੀ ਉਹਨਾਂ ਦੇ ਸ਼ੀਸ਼ੇ ਵੀ ਭੰਨੇ। ਕਿਸਾਨਾਂ ਨੇ ਨਹੀਂ ਇੱਥੋਂ ਕਿਸਾਨ ਤਾਂ ਇੱਕ ਤਾਂ ਸਾਈਡ ਤੇ ਹੋ ਗਏ ਸੀਗੇ, ਸਗੋਂ ਉਹਨਾਂ ਨੇ ਜਗ੍ਹਾ ਦਿੱਤੀ ਸੀਗੀ ਸਾਰਿਆਂ ਨੂੰ ਨਿਕਲਣ ਵਾਸਤੇ। ਅਸੀਂ ਸੇਫਲੀ ਸਾਰਿਆਂ ਨੂੰ ਕੱਢ ਵੀ ਦਿੱਤਾ ਸੀਗਾ, ਪਰ ਰਸਤੇ ਦੇ ਵਿੱਚ ਕਿਤੇ ਅੱਗੇ ਜਾ ਕੇ ਕਿਸੇ ਸ਼ਰਾਰਤੀ ਅਨਸਰ ਨੇ ਕੋਈ ਗੱਡੀ ਦੇ ਉੱਤੇ ਡੰਡਾ ਮਾਰਿਆ। ਕੋਈ ਕਾਰਵਾਈ ਕਰ ਰਹੇ ਹੋ? ਜੋ ਵੀ ਤੱਥ ਅੱਗੇ ਸਾਹਮਣੇ ਆਣਗੇ ਉਸ ਹਿਸਾਬ ਨਾਲ ਅਸੀਂ ਕਰਾਂਗੇ। ਮੈਡਮ, ਜਦੋਂ ਭਾਜਪਾ ਦੇ ਸਾਰੇ ਲੀਡਰਾਂ ਨੂੰ ਪਤਾ ਹੈ ਕਿ ਕਿਸਾਨ ਵਿਰੋਧ ਕਰ ਰਹੇ ਨੇ ਜਗ੍ਹਾ ਜਗ੍ਹਾ ਤੇ, ਪ੍ਰਸ਼ਾਸਨ ਕਿਉਂ नहीं? गुरदासपुर से रतनदर कुंडल की रिपोर्ट। लुधियाना के किचलू नगर में बिट्टू साई की दरगाह में 3 दिवसीय वार्षिक मेला बड़ी धूमधाम एवं श्रद्धापूर्वक मनाया जा रहा है, जिसका शुभारंभ आज किया गया। इस मौके पर अलग अलग राज्यों से आए हुए कव्वालों ने अपनी कलाकारी दिखाई। दरगाह के प्रमुख बिट्टू साई ने बताया कि यह मेला पिछले 100 सालों से लग रहा है। इस दरगाह में माथा टेकने से हर किसी की मनोकामना पूरी होती है। हज़रत पीर बाबा सनेश शाह वाली का मेला अज पहला दिन है, लेकिन असी मेला कर नहीं रहे।
ਲੇਕਿਨ ਇਹ ਜਿਹੜੀਆਂ ਸਰਕਾਰਾਂ ਦੀਆਂ ਰਸਮਾਂ ਆ, ਮਿੱਠੀਆਂ ਰਸਮਾਂ, ਜਿੱਦਾਂ ਹੁਣ ਅਸੀਂ ਚਾਦਰ ਦਾ ਤੇ ਨਜ਼ਰ ਕਰ ਰਹੇ ਹਾਂ, ਝੰਡਾ ਬੁਲੰਦ ਹੋਇਆ ਤੇ ਅਸੀਂ ਲੰਗਰ ਦਾ ਵੀ ਕੋਈ ਅਰੇਂਜ ਨਹੀਂ ਕੀਤਾ, ਨਾ ਕਿਸੇ ਨੂੰ ਕਹੇ ਬਾਹਰੋਂ ਲੰਗਰ ਲਾਇਆ ਜਾਵੇ। ਜਿਹੜੀਆਂ ਸਰਕਾਰੀ ਗਾਈਡਲਾਈਨਸ ਨੇ ਅਸੀਂ ਉਹਨੂੰ ਫਾਲੋ ਕਰ ਰਹੇ ਹਾਂ। ਜਿਹੜੀ ਸੰਗਤ ਦਰਬਾਰ ਤੇ ਆ ਰਹੀ ਹੈ, ਅਸੀਂ ਬਗੈਰ ਮਾਸਕ ਤੋਂ ਉਹਨਾਂ ਨੂੰ ਅੰਦਰ ਨਹੀਂ, ਦਰਗਾਹ ਦੇ ਅੰਦਰ ਨਹੀਂ ਜਾਣ ਦਿੰਦੇ। 10-10 20 ਅੰਦਰ ਜਾ ਕੇ ਤੇ 10-10 20 ਬਾਹਰ ਕਰ ਦਿੰਦੇ ਹਾਂ। ਉਸ ਤੋਂ ਬਾਅਦ ਸਾਡੀ ਸੈਨੀਟਾਈਜ਼ਰ ਮਸ਼ੀਨ ਲਾਈ ਹੋਈ ਹੈ और जो सेवादार ने बहुत बढ़िया तरीके से काम करते हैं जी। लुधियाना से विकास भावरे की रिपोर्ट। आम आदमी पार्टी की कानूनी विंग की तरफ से लुधियाना के वकीलों की पार्टी में शमूलियत और पार्टी के कानूनी विंग की तरफ से जरूरी ऐलान करने के संबंधी लुधियाना के राणा साहब मार्केट में एक प्रेस कॉन्फ्रेंस का आयोजन किया गया। इस अवसर पर कानूनी विंग के पंजाब के प्रधान जस्टिस जोरा सिंह और भी कई नेता उपस्थित रहे। लुधियाना से कैमरामैन जसवंतर के साथ नलिनी की रिपोर्ट। मैं धर्मपाल मैमी एडवोकेट ज्वाइंट सकत्तर लीगल विंग लुधियाना देहाती फ्रॉम अपना गिल हल्के तो अज की साडी लीगल विंग की पार्टी के मुख्य दफ्तर च मीटिंग हुई, जिहदे विच मुख्य तौर पर रिटायर जस्टिस जोरा सिंह जी जिहड़े कि लीगल विंग के पंजाब के प्रधान ने वो भी आज शामिल होए। उन्होंने पार्टी प्रति अगे गतिविधियां को किस तरह लैके जाना वा और लोगों में किस तरह विचरना वा, लोगों को दिल्ली मॉडल की एग्जाम्पल देनी है, एग्जाम्पल दे के उन्होंने 2022 लिए तैयार करना। 2022 के आम आदमी पार्टी की सरकार बने ताकि दिल्ली वर्गियां सहूलतां जड़ियां पंजाब के भी लोगों को दे सकीए। तो पंजाब के लोग इन्हां दो अपनी रवायती पार्टियां ने जड़ियां इन्हां तो छुटकारा मिल सके। लोगों के विच मैं लोगों नाल पिंडां विच विचरदा, लोगों दी बहुत मुश्किलां ने जिहड़ियां कि पार्टियां ने अज तक लोगों का कुछ नहीं सवारिया। उन्होंने मैं विश्वास दिवाना कि तुसीं 2022 दे विच आम आदमी पार्टी की सरकार बनाओ, तुहानूं किसी को हथ कड्डण की जरूरत नहीं है। तुहानूं सहूलतां जिहड़ियां दिल्ली च आप मिलदियां ने वो तुहानूं इत्थे प्रोवाइड होणगीਆਂ ते आपां इन्हां पार्टियां दोनों को छुटकारा पाइए ते आउण वाले समय दे विच आम आदमी पार्टी 2022 च बना के ते असीं एक नवां अपना जिहड़ा हैगा सिरजना जिहड़ी पंजाब दे अंदर करी है। थैंक यू। मैं जगदीश सिंह सैनी आम आदमी पार्टी ट्रेड विंग का जनरल सैकटरी। ਅਸੀਂ 2022 ਦੇ ਸੰਬੰਧ ਵਿੱਚ ਅੱਜ ਜੱਟ ਜੋੜਾ ਸਿੰਘ ਜੀ ਆਏ ਸੀ, ਇਹਨੇ ਲੀਗਲ ਵਿੰਗ ਨੂੰ ਮਜ਼ਬੂਤ ਕੀਤਾ ਤੇ ਇਸ ਤਰ੍ਹਾਂ 2022 ਦੇ ਵਿੱਚ ਆਉਣ ਵਾਲੇ ਸਰਕਾਰ ਬਣਾਉਣ ਵਾਸਤੇ ਤਿਆਰੀਆਂ ਕੀਤੀਆਂ ਗਈਆਂ। 2022 ਦੀ ਸਰਕਾਰ ਵਾਸਤੇ ਲੀਗਲ ਵਿੰਗ ਦੇ ਨਾਲ ਨਾਲ ਟ੍ਰੇਡ ਵਿੰਗ, ਐਸਸੀ ਵਿੰਗ, ਸਾਰੇ ਤਰ੍ਹਾਂ ਦੇ ਵਿੰਗ ਮਜ਼ਬੂਤ ਕਰਕੇ ਘਰ ਘਰ ਪਾਰਟੀ ਦਾ ਪ੍ਰਚਾਰ ਕੀਤਾ ਜਾਵੇਗਾ, ਜਿਹਦੇ ਨਾਲ 2022 ਦੇ ਵਿੱਚ ਆਮ ਆਦਮੀ ਪਾਰਟੀ ਇੱਕ ਵੱਡੀ ਲੀਡ ਲੈ ਕੇ ਪੰਜਾਬ ਵਿੱਚ सरकार बनाने जा रही है। आज के समाचार बस यहीं तक। मैं विनीता कल फिर हाजिर होंगी कुछ और धार्मिक और सामाजिक समाचारों के साथ। तब तक आप देखते रहिए अपना चैनल और अपना ध्यान रखिए। जय जय।